इख्तिताम हासिल करे। वाह, ये जो शराइत आपने साथ लगाई है ना, ये चस बांध देती हैं सवाल में। रिहाइश, खाना पीना, नहाना धोना, हर शय फ्री। फ्री। लेटरम पटरम स्पेशल है साथ। हाँ लेटरम पटरम फैमिली ब्राड है ना, वरना मैं कहना ये ना जुआना, लेकिन फैमिली ब्राड। अगर किसी को आपके घर में रहना मंजूर ना हो तो फिर होटल में होटल में शायद मैं समझे ये सारी सहूलियात लेटरम पटरम होटल में सहूलत मौजूद है ना। होटल में मेरे वैसे मैं मुसलमान भाई हकीकत बता रहा हूँ, मेरे 4 घर हैं अमेरिका में। अच्छा और 3 खाली पड़े हैं बिल्कुल कसम से, क्योंकि मैं बनाता हूँ घर में, काम ही ये करता हूँ फ्लिपिंग। अल्हम्दुलिल्लाह मेरे भी 4 घर हैं और अल्हम्दुलिल्लाह कोई भी खाली नहीं है, अच्छा माशाल्लाह, सारे रेंट पे हैं। वेरी गुड, क्या बात है। ते फिर दावा नबूवत दिखाओ। सर हमने क्या बताया आप लोगों को संभाल कैसर भाई, मैं मान लूंगा। कैसर भाई जी जी ਜਿਹੜਾ ਤੁਸੀਂ ਕਹਿੰਦੇ ਹੋ ਨਾ ਲਟਰਮ ਪਟਰਮ, ਇਹ ਤੇ ਅੱਗੇ ਨਾਲ ਸਟਾਰ ਲਾਇਆ ਕਰੋ। हाँ स्टार लगा ਠੀਕ ਹੈ, ਸਟਾਰ ਲਗਾ ਕੇ ਤੇ ਜੇ ਕੋਈ ਪੁੱਛੇ ਕਿ ਭਾਈ ਉਹ ਸਟਾਰ ਦੇ ਥੱਲੇ ਹਾਸ਼ੀਏ 'ਚ ਜਾ ਕੇ ਦੇਖ ਲਓ ਕਿ ਲਟਰਮ ਪਟਰਮ ਦੇ ਵਿੱਚ ਕੀ ਕੀ ਹੈ। की है। तो लटरम पटरम की सीधी वजाहत नहीं आपने करनी, पहले ले जाना है मंडी बहाउद्दीन से खारियां से गुजरात, लाहौर, पिंडी, सारा बता के लाना। हाँ दिखाए जी मुसलमान भाई दावा नबूवत दिखाए। नहीं मुस्लिम साहब, सबसे पहले आपने मंडी बहाउद्दीन का क्यों नाम लिया? अड्डे तो सारे शहरों में खुले हुए हैं, तो कोई मुसलमानों का ऐसा शहर नहीं है जिसमें अड्डा ना हो। हाँ जी, रबुआ ਦੇ ਵਿੱਚ ਵੀ ਆਇਆ ਨੇ। नहीं, रबुआ में तो काफी पुराने खुले हुए हैं। नहीं, ये अच्छा मुसलमान भाई तुसा की क्या है कि रबुआ च भी मुसलमान आ गए ने? हाँ जी सर जी, सरकारी मतलब पहले सारे काफर ही सन। हाँ जी सरकारी काफर ਤੇ ਤੁਸੀਂ ਹੋ ਨਾ ਰਬੁਆ ਵਾਲੇ। ਤੁਸੀਂ ਸਰਕਾਰੀ ਮੁਸਲਮਾਨ ਹੋ ਤੇ ਹੁਣ ਸਮਝ ਆਓ ਨਾ। ਹਾਂ ਗੱਡੀ ਕਰਨੀ ਚਾਹੀਦੀ ਨਾ। ਨਹੀਂ ਤੁਸੀਂ ਸਰਕਾਰੀ ਨਹੀਂ, ਤੁਸੀਂ ਬੈਨਲ ਅਕਵਾਮੀ ਕਾਫਰ ਹੋ। ਅੱਛਾ ਜੀ ਠੀਕ ਹੈ, ਮੰਨ ਲੈਂਦੇ ਮੈਨੂੰ। ਚਲੋ ਮੈਨੂੰ ਨਾ ਮੁਸਲਮਾਨ ਕਰੋ ਹੈ ਮੈਨੂੰ ਮੁਸਲਮਾਨ ਕਰੋ, ਜਿਹੜਾ ਆਪਣੇ ਵਾਲਾ ਮੁਸਲਮਾਨ ਨਾ, ਆਪਣੇ ਫਿਰਕੇ ਵਾਲਾ। ਸਾਡੇ ਕੋਲ ਅੱਗੇ ਹੀ ਬਥੇਰੇ ਨੇ ਭਾਈ, ਤੂੰ ਜਾ ਆਪਣੀ ਜ਼ਿੰਦਗੀ ਜੀ। ਬਸ ਜੀ ਆਪਣੇ ਆਪ ਨੂੰ ਸੰਭਾਲ ਲਈਏ ਤੇ ਉਹ ਹੀ ਬੜੇ ਨੇ। ਆਹ ਤਾਂ ਗੱਲ ਹੈ ਵੇ, ਨਾ ਤੁਹਾਡੀਆਂ ਭੈਣਾਂ ਸੰਭਲਦੀਆਂ ਪਈਆਂ, ਨਾ ਤੁਹਾਡੇ ਭਾਈ ਸੰਭਲਦੇ ਪਏ ਨੇ। ਗੱਲ ਗਲਤ ਨਾ ਕਰ। ਮੈਨੂੰ ਜਮਾਤ ਛੱਡਿਆ ਇਹ ਸਾਲ ਹੀ ਹੋਇਆ ਵਾ, ਤੇ ਮੈਂ ਸਾਰਿਆਂ ਦੀਆਂ ਭੈਣਾਂ ਨੂੰ ਜਾਣਨਾ ਕਿੱਥੇ ਕਿੱਥੇ ਰਹਿੰਦੀਆਂ ਤੇ ਕਿੱਥੇ ਕਿੱਥੇ ਬਹਿੰਦੀਆਂ। ਬਸ ਕਰ ਰਹੀ ਆ ਕਰੀਏ, ਮੈਂ ਵੀ ਤੁਹਾਡੇ ਸਾਰਿਆਂ ਨੂੰ ਜਾਣਦਾ। ਨਹੀਂ ਤੂੰ ਤੇ ਨਹੀਂ ਨਾ ਜਾਣਦਾ, ਤੇ ਮੈਂ ਤਾਂ ਤੁਹਾਡੇ ਵਿੱਚੋਂ ਨਿਕਲ ਕੇ ਆਇਆ ਨਾ। ਇਹ ਸਾਲ ਜਿਹੜਾ ਲਾਹੌਰ ਚ ਐਵੇਂ ਦੀ ਗੱਲ ਹੈ, ਐਵੇਂ ਤੇ ਗਾਲੇ ਕਿਤੇ ਫੱਟੇ ਥੱਲੇ। ਆਹ ਫੱਟਾ ਹੀ ਹੁੰਦਾ ਸੀ ਤੁਹਾਡੀ ਭੈਣ ਦਾ। ਕੀ ਕਰੀਏ ਮਲਕ ਕੈਸਰ ਆਂਦਾ ਤੂੰ ਠੀਕ ਹੈ, ਮੇਰੀ ਵਾਲੀ ਗੱਲ ਆਂਦਾ ਤੂੰ ਠੀਕ ਹੈ। नहीं यार ਲੈਟਰਮ ਪਟਰਮ ਜਿਹੜਾ ਨਾ, ਲੈਟਰਮ ਪਟਰਮ ਜਿਹੜਾ ਸਟਾਰ ਸੀ ਨਾ, ਉਹ ਬੰਦ ਕਰਦਾ ਨਾ, ਆਸ਼ੀਆ ਥੱਲੇ ਕੀ ਲਿਖਿਆ ਹੋਇਆ ਹੈ। ते गल समझ नहीं आती कि ये सारे साहब एक सवाल है, हाँ जी करो सवाल है, इल्मी सवाल है, इल्मी सवाल। करो जी कोई नहीं गल करो। हाँ ਸਰ ਤੁਸੀਂ ਇਹਨਾਂ ਦੇ ਵਿੱਚ ਰਹੇ ਹੋ, ਅੱਜ ਸਾਲ ਹੋਇਆ ਤੁਹਾਨੂੰ ਛੱਡਿਆ ਇਹਨਾਂ ਨੂੰ, ਤੇ ਰਬਵੇ ਗਏ ਹੋ ਸਾਕੀ ਸਾਹਿਬ? ਬੜੇ ਗਏ ਆ, ਕੋਈ ਇੱਕ ਵਾਰੀ ਗਏ ਆ। ਅੱਛਾ, ਉਹ ਕੋਈ ਕੰਮਾਂ ਜਾਣ ਚੌਕ ਕੋਈ ਹੈ ਵੇ, ਉਹ ਵੀ ਕੀ ਕੋਈ ਦੱਸਿਓ ਕੀ ਮਤਲਬ ਉਹਦਾ? ਉੱਥੇ ਅੰਮਾ ਜਾਨ ਜਿਹੜੇ ਨੇ ਮੰਜਾ ਡਾਲ ਕੇ ਨਾ ਤੇ ਮੂੰਹ ਚ ਪਾਨ ਰੱਖ ਕੇ ਤੇ ਬੈਠੇ ਹੁੰਦੇ ਸਨ। अच्छा, ਉਹਦੀ ਵਜ੍ਹਾ ਤੋਂ ਉਸ ਚੌਕ ਦਾ ਨਾਮ ਪੈ ਗਿਆ ਅੰਮਾ ਜਾਨ ਚੌਕ। अच्छा, इस वजह तो नाम पै गया अम्मा जान चौक। ਹਾਂਜੀ सही हो। ਇਹ ਕਿਸੇ ਤੋਂ ਨਸ਼ੀਆਂ ਨੇ ਦੱਸਿਆ ਹੈ।
ਜੇ ਤਾਂ ਤੁਹਾਨੂੰ ਇਹ ਗੱਲ ਕੀਤੀ ਸ਼ੀਆ ਨੇ ਦੱਸੀ ਹੈ ਨਾ ਤੇ ਯਾਰ ਉਹ ਤੇ ਫਿਰ ਬੜੀਆਂ ਅੰਮਾ ਜਾਨ ਦੇ ਬਾਰੇ ਵੀ ਨਾ ਨਹੀਂ ਨਹੀਂ, ਇਹ ਤੁਹਾਡੇ ਜਿਹੜੇ ਅੰਮਾ ਜਾਨ ਸਨ ਉਸ ਅੰਮਾ ਜਾਨ ਦੇ ਬਾਰੇ ਚ ਕਹਾਣੀਆਂ ਲਿਖੀਆਂ ਉਹਨਾਂ ਨੇ, ਉਹਨੇ ਛੱਡੀਆਂ ਕੋਈ ਨਹੀਂ। ਉਹ ਤੁਸੀਂ ਆਪ ਲਿਖੀਆਂ ਨੇ, ਸਿੱਧੇ ਇੱਕ ਅੰਮਾ ਜਿਹੜੀ ਜਾਨ ਲੋੜ ਹੈ। ਛੱਡੀ ਏ, ਉਹਨਾਂ ਨੇ ਸਿਰਫ ਇੱਕ ਅੰਮਾ ਜਾਨ ਛੱਡੀ ਏ, ਬਾਕੀ ਜਿਹੜੀਆਂ 12 ਨੇ ਨਾ ਉਹਨਾਂ ਨੇ ਛੱਡੀਆਂ ਨਹੀਂ। ਤੇ ਤੁਸੀਂ ਤੇ ਆਪ ਲਿਖੀ ਹੈ ਨਾ, ਉਹਨਾਂ ਦੇ ਬਾਰੇ ਤਾਂ ਕੋਈ ਲਿਖਦਾ ਰਿਹਾ। ਕੈਸਰ ਸਾਹਿਬ ਜੀ ਜੀ ਇਹ ਹੁਣ ਦੂਸਰੇ ਪਾਸੇ ਜਾਂਦੇ ਪਏ ਨੇ ਤੇ ਮੈਂ ਫਿਰ ਮੇਲਾ ਖੋਲ ਲੈਣਾ ਤੇ ਇਹਨਾਂ ਕੋਲੋਂ ਦੁਬਾਰਾ ਫਿੱਟ ਕੋਈ ਨਹੀਂ ਹੋਣਾ। ਸ਼ੀਆ ਦੀ ਕਿਤਾਬ ਖੋਲ ਲੈਣੀ ਹੈ ਤੇ ਫਿਰ ਤੁਸੀਂ ਬਾਦਲ ਤੋਂ ਕਿਆ ਭੋਗਦੇ ਫਿਰਨਾ ਹੈ। ਇੱਥੇ ਸਾਡੇ ਚ ਸ਼ੀਆ ਕੋਈ ਵੀ ਨਹੀਂ ਹੈ ਭਾਈ, ਸ਼ੀਆ ਕੋਈ ਵੀ ਨਹੀਂ ਹੈ। ਮੁਸਲਮਾਨ ਦੇ ਗਏ ਨੇ ਨਾ, ਸ਼ੀਆ ਮੁਸਲਮਾਨ ਦੇ ਗਏ ਨਾ, ਤੁਹਾਡਾ ਤੇ ਨਹੀਂ ਮੈਂ ਖੋਲਾਂ ਕਿਤਾਬਾਂ ਮਿਰਜ਼ਾ ਸਾਹਿਬ ਨੂੰ ਖੋਲਣਾ ਹੈ, ਸ਼ੀਆ ਦੇ ਨਾਲ ਮਿਰਜ਼ਾ ਸਾਹਿਬ ਨੂੰ ਖੋਲਣਾ ਇੱਥੇ। ਮੈਂ ਸਰ ਫਿਰ ਤੁਹਾਡੇ ਬਜ਼ੁਰਗ ਖੋਲ ਕੇ ਰੱਖ ਦੇਣੇ ਨੇ। ਬਸ ਤੂੰ ਸਾਡੇ ਬਜ਼ੁਰਗ ਖੋਲਦਾ ਰਹਿ ਨਾ, ਖੋਲ ਤੂੰ, ਲੇਕਿਨ ਹਵਾਲਾ ਨਾਲ ਦੇਣੇ, ਹਵਾਲੇ ਤੋਂ ਬਗੈਰ ਨਹੀਂ। ਹਵਾਲਾ ਸਹੀ ਹੋਣਾ ਚਾਹੀਦਾ ਹੈ, ਗਲਤ ਨਹੀਂ ਹੋਣਾ ਚਾਹੀਦਾ। ਦੇਖੋ ਨਾ, ਤੁਹਾਡਾ ਜਿਹੜਾ ਸੀ ਇੱਕ ਮੁਸਲਮਾਨ ਹੀ ਸੀ ਵਿਚਾਰਾ, ਜਿਹੜਾ ਬਾਅਦ ਚੋਂ ਉਹਨੇ ਵੀ ਤਬਰੀ ਖੋਲੀ ਸੀ। ਤਬਰੀ ਖੋਲ ਕੇ ਉਹਨੇ ਸਿਰਫ ਇੱਕ ਹੀ ਵਾਕਿਆ ਲਿਖਿਆ ਸੀ ਤੇ ਕਤਲ ਦੇ ਫਤਵੇ ਲੱਗੇ ਉਹਦੇ ਉੱਤੇ। ਯਾਦ ਹੈ ਨਾ ਤੁਹਾਡਾ ਮੁਸਲਮਾਨ ਭਰਾ, ਕਿ ਭੁੱਲ ਗਏ ਹੋ? ਜੀ ਅਸੀਂ ਨਹੀਂ ਭੁੱਲੇ ਹੈ ਤੇ ਚਲੋ ਜੀ ਫਿਰ ਮੈਂ ਸ਼ੁਰੂ ਕਰਨਾ ਜੀ, ਮੈਂ ਸ਼ੁਰੂ ਕਰਨਾ। ਪਹਿਲੀ ਕਿਤਾਬ ਮੈਂ ਖੋਲਣ ਲੱਗਾ ਜੇ ਪੰਜਾਬ ਚੀਫ ਸਰ ਲੈਂਪਲ ਗ੍ਰੈਫਨ ਨੇ ਲਿਖੀ ਹੋਈ ਹੈ ਔਰ ਬਸ਼ੀਰੁਦੀਨ ਮਹਿਮੂਦ ਸਾਹਿਬ ਨੇ ਇਸ ਕਿਤਾਬ ਨੂੰ ਮੰਨੇ ਹੈ ਕਿ ਅਗਰ ਤੁਸੀਂ ਸਾਡੇ ਬਾਰੇ ਚ ਜਾਣਨਾ ਚਾਹੁੰਦੇ ਹੋ ਕਿ ਰਈਸੇ ਕਾਦੀਆਨ ਔਰ ਪਿਛਲੀਆਂ ਸਟੋਰੀਆਂ, ਤੇ ਇਹ ਕਿਤਾਬ ਜੇ ਇਹਨੂੰ ਪੜ੍ਹ ਲਵੋ ਤੁਹਾਨੂੰ ਯਕੀਨ ਆ ਜਾਏਗਾ ਕਿ ਅਸੀਂ ਕੀ ਸਾਂ। ਠੀਕ ਹੈ ਜੀ ਕੈਸਰ ਸਾਹਿਬ? ਠੀਕ ਹੋ ਗਿਆ। ਹਾਂ ਜੀ, ਅੰਗਰੇਜ਼ਾਂ ਦੀ ਕਿਤਾਬਾਂ ਖੋਲਣੀਆਂ ਨੇ, ਸਹੀਆਂ ਦੀ ਕਿਤਾਬਾਂ ਖੋਲਣੀਆਂ ਨੇ। ਉਹ ਸਰ ਤੁਹਾਡੇ ਖਲੀਫੇ ਨੇ ਕਿਹਾ ਹੈ ਨਾ, ਤੁਹਾਡੇ ਖਲੀਫੇ ਨੇ ਕਿਹਾ ਹੈ ਕਿ ਇਹ ਕਿਤਾਬ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਮਿਰਜ਼ਾ ਸਾਹਿਬ ਰਈਸੇ ਕਾਦੀਆਨ ਹੈ ਸਨ ਜਾਂ ਨਹੀਂ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਚ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਇਹ ਕਿਤਾਬ ਪੜ੍ਹੋ। ਤਸਲੀਮਾ ਨਸਰੀਨ ਦੀ ਕਿਤਾਬ ਵੀ ਖੋਲੋ ਨਾਲ, ਉਹ ਵੀ ਮੁਸਲਮਾਨ ਸੀ। ਨਹੀਂ, ਤੁਹਾਨੂੰ ਕਿੰਨੇ ਆਖਿਆ ਉਹ ਮੁਸਲਮਾਨ ਸੀ? ਚਲੋ ਜੀ ਤੁਸੀਂ ਹੁਣ ਨਾ ਮੰਨੋ। ਹਾਂ, ਉਹ ਨਹੀਂ ਸੀ ਮੁਸਲਮਾਨ। ਮੈਂ ਤੇ ਤੁਹਾਡੇ ਕਹਿ ਰਿਹਾ ਜਿਹਨੂੰ ਤੁਸੀਂ ਕਹਿੰਦੇ ਹੋ ਅੱਲਾਹ ਬਣਾਇਆ ਹੈ, ਔਰ ਜਿਸ ਬੰਦੇ ਨੂੰ ਅੱਲਾਹ ਨੇ ਬਣਾਇਆ, ਅੱਲਾਹ ਨੇ ਜਿਸ ਬੰਦੇ ਨੂੰ ਅੱਲਾਹ ਨੇ ਬਣਾਇਆ, ਅੱਲਾਹ ਨੇ ਖਲੀਫਾ ਬਣਾਇਆ, ਉਹਦੀ ਗੱਲ ਤੁਸੀਂ ਇਗਨੋਰ ਕਰ ਰਹੇ ਹੋ। ਉਹਦੀ ਗੱਲ ਖੁਦਾ ਦਾ ਖੌਫ ਕਰੋ ਜੀ। ਜੋ ਮਰਜ਼ੀ ਆਦਰ ਤੁਸੀਂ ਕਸਾਸ ਕੱਢਿਆ ਲਿਖਿਆ ਹੋਇਆ ਹੈ। ਮੈਂ ਤਾਂ ਦੇਖੋ ਨਾ, ਮੈਂ ਤਬਰੀ ਖੋਲਣੀ ਹੈ। ਮੈਂ ਅਗਰ ਤੁਹਾਨੂੰ ਦਿਖਾ ਦਵਾਂ ਕਿ ਬਸ਼ੀਰੁਦੀਨ ਮਹਿਮੂਦ ਸਾਹਿਬ ਨੇ ਇਹ ਗੱਲ ਲਿਖੀ ਹੋਈ ਹੈ ਤੇ ਫਿਰ ਮੰਨ ਲਵੋਗੇ ਇਸ ਗੱਲ ਨੂੰ? ਦਿਖਾ ਦਿਓ। ਅੱਛਾ ਚਲੋ ਹੌਲੀ ਦਿਖਾ ਦੇਣਾ। ਕਹਿੰਦੇ ਤੁਸੀਂ ਮੈਨੂੰ ਮੁਸਲਮਾਨ ਬਣਾਓ ਯਾਰ, ਆਪਣੇ ਵਰਗਾ। ਉਹ ਨਹੀਂ ਹੁਣ ਗੱਲ ਦਿਖਾਣ ਤੇ ਆ ਗਈ ਹੈ ਨਾ, ਮੈਨੂੰ ਸਿਰਫ ਲੈਪਟਾਪ ਆਨ ਕਰ ਲੈਣ ਨੂੰ ਤੇ ਸਾਹਿਬ ਬਗੈਰ ਵੀ ਮੁਸਲਮਾਨ ਬਣਾਓ ਯਾਰ। मुसलमान साहब पहला मत जाएगा या बरेली मत जाएगा। मुसलमान साहब एक यहाँ आता हूँ, सवाल करके बैठ जाते हैं आप, कभी हमको भी सवाल करने का मौका नहीं। नहीं, आप जरूर कहिएगा सवाल, लेकिन वो लोग कभी मेहमान आता है कोई ब्राड पे तो उससे पूछे हाल चाल क्या है आपका, कोई सवाल यहाँ पर लिख के लगाया कि ये ब्राड हाल आपने बता तो दिया। 4 आपके घर रेंट पे, आपका हाल ठीक नहीं होना, आपके कौन से माड़े हाल है? अच्छा बता हाल आप आते हैं तो कॉल डाले, मैंने कॉल डाली है, सवाल करने लगा हूँ तो जनाब 2 बंदों ने अपने अपने सवाल। नहीं, वो जो उन्होंने सवाल किया वो वाला सवाल सही नहीं। नहीं वो सवाल सही नहीं, पहले मेरा सवाल ले ले, पहला हक मेरा बनता है ना। अगले मेहमान वो सवाल करे, अब डरते क्यों है यार? नहीं, डरने वाली बात नहीं, मैं तो समझना चाह रहा था। मैं समझा आज कोई बता देगा कि मेरा साहब का दावा नबूवत है।
نہیں سر آپ کو بڑی دفعہ بتایا ہوا ہے، لیکن بات یہ ہے نا کہ وہ جس طرح رئیس المنافقین کی سمجھ میں کچھ نہیں آتا تھا، بغیر کے سمجھ میں کچھ نہیں آتا تھا، بعض لوگ ایسے ہوتے ہیں وہ سمجھنا نہیں چاہتے. چلیں وہ تو ہم ہیں، لیکن کوئی حوالہ اگر پیش کر دیں، کسی نے جواب دیا ہو اس سوال کا تو ہم دیکھ لیں جا کر. میرے لمبے نہیں ہے. ٹھیک ہو گیا ملک صاحب، کوئی نہیں جی، ویزا کینسل کر دو. اب میں سوال کر لوں؟ ملک صاحب سے پوچھ لیں ان کی براڈ ہے. ہاں نہیں کوئی نہیں، کریں آپ بھی سوال کریں بھائی، کوئی ایسی بات نہیں. میں نے کہا تھا کہ مجھے اپنے فرقے والا مسلمان کیسے بنائیں گے؟ اگر آپ نے اہل حدیث بننا ہے نا تو آپ بڑے آسان رہیں گے، بڑے آرام سے آپ کی زندگی گزرے گی. نہ ہی آپ نے کسی ایسی بات کو ماننا ہے جو حدیث کے باہر ہو. حدیث اور قرآن دونوں سے آپ نے اس بات کو نہیں ماننا. اگر کسی بات کو بھی آپ نے ماننا ہے، اس پر ایمان لے کر آنا ہے، اس کے لیے ضروری ہے کہ وہ حدیث میں ہو یا قرآن میں ہو. مانتے ہیں آپ تو آپ ہیں ہی اہل حدیث میں. لیکن پھر مجھے جو بریلوی ہیں سوروں پر سور تو نہیں کہیں گے؟ خدا کی قسم کوئی بھی نہیں کہے. کوئی بھی نہیں کہے. پتہ ہے میں ملک صاحب ایک چھوٹی سی گزارش کروں گا. مسلمان صاحب اگر آپ کو مسلمان بننا ہے نا تو سب سے ایک بنیادی چیز مسلمان بننے کے لیے کہ مرزا صاحب کو مفتری ماننا پڑے، اس کے بعد ہی سارے کام اگلے اسٹیپ ہو سکتے ہیں. پہلا بنیادی چیز یہ ہے. اس کے لیے کوئی حدیث، کوئی قرآنی آیت ہے؟ اس کے لیے دلائل موجود ہیں. الحمدللہ عابد صاحب ابھی ختم نبوت پر آپ کو دلائل دے رہے ہیں. پہلے کوئی آیت دکھائیں یا کوئی ایسی حدیث دکھائیں. اب وہ بتانے لگے عابد صاحب ختم نبوت پر یہ کہہ رہے ہیں کہ مجھے کچھ بتا دیں. نہیں وہ تو بڑا آسان ہے. ما کان محمد ابا احد من رجالکم ولکن رسول اللہ و خاتم النبیین. نبی کریم صلی اللہ علیہ وآلہ وسلم تو مردوں میں سے کسی کے باپ نہیں، بلکہ وہ تو اللہ کے رسول ہیں اور ختم کرنے والے ہیں نبیوں کے. تو یہ وہ والی آیت تھی جو رسول پاک صلی اللہ علیہ وسلم پڑھا کے صحابہ کو مسلمان کرتے تھے؟ جی یہ آیت پڑھاتے تھے؟ ہاں جی. اور پڑھاتے تھے؟ نبوت کے لیے یہی پڑھاتے تھے. اچھا کوئی حدیث دیں کہ یہ آیت پڑھا کے نا تو مسلمان کیا کسی کو؟ جو منکرین زکوٰۃ تھے نہیں رسول پاک صلی اللہ علیہ وسلم کو مسلمان کرنے کے لیے کون سی چیز منوانی تھی پہلے؟ رسول اللہ صلی اللہ علیہ وسلم نے صحابہ کو کون سی آیت پڑھ کے یا کون سی شرط منواتے تھے یہ پڑھو گے تو مسلمان ہو جائے؟ جی یہ قرآن پاک کی یہی آیت ہے بھائی جس میں ختم نبوت کا ذکر ہے. اچھا یہ نہیں کہ آپ کے خیال میں وہ صحابہ کو یہ آیت پڑھاتے تھے ختم نبوت کے لیے یہی پڑھاتے تھے. ملک صاحب اصل میں جس دروازے کو توڑ کے یہ نکلے ہیں نا، ہم اس دروازے کی مینٹیننس کروا رہے ہیں ابھی فی الحال. تو پہلے آپ کو نا اس مینٹیننس پہ ہم کو بات کرنی ہے. کیا میں نے جو آیت پڑھی ہے وہ ٹھیک ہے؟ یہ دروازہ صحابہ کے دور مسلم صاحب پہلی اور پھر اندر جا کے ان کو کنڈی لگا دی ہے. آپ وہ سیرت صدیقی کی جو کھڑکی ہے وہاں سے بھی کوئی بندہ نہیں اندر جا سکتا. لیکن عابد صاحب یہ احمدی حضرات، قادیانی حضرات، مرزائی حضرات یہ تو صبح شام پڑھا لگا کے بیٹھے ہیں نبوت جاری ہے، جرائد نبوت ہے اگلے جو اس پہ امریکہ کا ویزا مل رہا ہے. اس سوال پہ وہی تو ہم پوچھ رہے ہیں. ابھی میں آپ کو مرزا طاہر کا بیان سنا دیتا ہوں، ویڈیو بیان. مرزا مسعود کا وہ ویڈیو بیان سنا دیتا ہوں کہ وہ کہتے ہیں مرزا صاحب کے بعد کسی نے آنی نہیں ہے اور نبوت جاری ہے. نبوت کیسے جاری ہے جب مرزا صاحب کے بعد کسی نے آنی نہیں ہے؟ انہوں نے یہ کہا ہے کہ کسی کی خبر نہیں دی گئی. خبر صرف جو ہے نا رسول پاک صلی اللہ علیہ وسلم نے ایک ہی دی ہے. آپ قانون بارک جو ہے نا پھر نبوت جاری ہوئی ہے. آپ ان باتوں کو چھوڑے، مجھے بتائیں کہ میں نہیں ابھی آپ بتائیے نا کہ ایک ہی خبر دی تو پھر نبوت جاری ہے یا بند ہے؟ نبوت جاری ہے. اچھا نبوت جاری ہے تو پھر وہ ایک ہی خبر والی بات دونوں میں سے دونوں ایک دوسرے کی ضد ہے. بھائی دیکھیں نا ایک ہی کچھ کرتی ہے.
आए तो कुछ तबलीग हो या नबूवत जारी है, दोनों एक दूसरे की जिद्दत, दोनों एक टाइम पे कैसे हो सकते हैं, ये बताइए जरा। मैं आपको ना बताता हूँ। देखिए, मैं आपको कहूँ कि आपके घर एक बंदा आएगा, ठीक है। अब इसका ये मतलब तो नहीं ना कि सिर्फ एक ही आएगा, इससे ज्यादा भी आ सकते हैं, लेकिन एक ही मैंने आपको खबर दे दी कि एक बंदा जरूर आएगा आपसे पैसे लेने के लिए या जो भी इसकी हाजत हो वो पूरी करने के लिए। तो मैंने खबर एक ही दी है, तो एक तो लाजमी आएगा, उसके बाद और भी आ सकते हैं, वरना यार आप लोग को खुद भी समझ आती है आप लोग क्या बात कर रहे हैं। ये है जी इजराइल नबूवत। जी जी सर, मैंने बड़ी लॉजिकल बात ये है। अच्छा, आप सुनिए, आप उनके बारे में सुन लीजिए। मैंने आपकी बात आराम से सुनी है, मैं बीच में काटा नहीं, इसलिए मुझे भी आप नहीं काटेगा। जो आपने कहा कि मैंने कहा कि आपके घर एक बंदा आएगा, तो वो आ गया, इसका ये मतलब नहीं कोई और नहीं आएगा, ठीक है। ये जो आगे का जो मतलब आप ध्यान कर रहे हैं कि एक, मैंने तो एक ही कहा तो बाकी कोई बंदा नहीं आएगा, ये जो आगे वाली बात है ये खबर के अंदर तो नहीं है ना। या तो खबर के अंदर आप कहते हैं कि भाई मैं एक बंदे की कह रहा हूँ, तो एक ही आना चाहिए, दूसरा नहीं आ सकता। खबर कहते किसको, खबर कहते ही इसको है। देखें, खबर का कितना हिस्सा आप चाह रहे हैं कि आपको बच्चे की तरह पूरी खबर दी जाए, अब ऐसे चाह रहे हैं ना। लेकिन ये है कि जब मैं ये कहूँ कि आपके घर एक बंदा आएगा, तो एक का तो मैंने आपको पक्का बता दिया, अब बाकी जो उसके बाद का है वो तो मैंने नहीं बताया आपको। हो सकता है अल्लाह ने मुझे या इस नबी ने खुशखबरी दी है कि एक नबी मेरे पास आएगा, अल्लाह ने उसको नहीं बताया कि आगे कितने और आएंगे, इसलिए उतनी खबर दी बताई। लेकिन उसके अंदर ये चीज अंडरस्टूड है कि एक आएगा, उसके बाद का नहीं पता। 2 भी आ सकते हैं, 3 भी आ सकते हैं, 4 भी आ सकते हैं, लेकिन एक लाजमन है। आपकी बात मुकम्मल होगी, उम्मीद है कि आप मुझे नहीं रोकेंगे, पहले ही आपने मुझे रोका। एक मिनट वाली बात करते हैं, 1 मिनट में। 1 मिनट वाली नहीं, देखें ये क्या शुरू हुआ कि भाई जब आपने पहले शुरू किया ना, जब आपकी बारी आएगी तो वहाँ से 1-1 मिनट कर देंगे। आप जो आपसे बात की है, बातें करता हूँ, छोटी-छोटी बातें सुनो। सारा कम अज कम इतना हौसला तो रखे, इतना एतमाद अपने अंदर पैदा करे कि जब आप बात कर रहे तो दूसरे को भी मुकम्मल आजादी के साथ बात करने की इजाजत होनी चाहिए। इतना हौसला मैं आपको मसलन मैं आपको 10 सेकंड की 15 सेकंड की बात करता हूँ, मैं जवाब ये नहीं चाहूंगा कि आप अपना खुद का जुबान क्यों दर आपकी, चाहे आप 1 सेकंड करें या 50 सेकंड करें, ये तो मुझे फिर मैं अपनी पूरी बात सुन कि आप भी मुख्तर बात करें, लेकिन अगर आप सुनना चाहते हैं, आप चाहते हैं मैं मुकम्मल बात करूँ, फिर आपकी मुकम्मल बात सुन तो मुझे फिर मुकम्मल बात करना। लेकिन एक शर्त है, आपने अपनी बात सुना के चले नहीं जाना, ये नहीं कहना कि मेरे काम आ गया, ये हो गया, बात आराम से बैठ जाऊंगा, फिर आप बोलते रहिएगा, मेरी मुकम्मल बात बोलेंगे, ठीक है जी। जी मैं खामोश हूँ, आप बात कीजिए। सबसे पहले बात तो ये है कि मैं जब यहाँ पर आया ना, ये पढ़ के ये ब्रॉड सिर्फ एमडी हजरात के लिए है, अगर वो कोई सवाल जवाब चाहते हैं तो बात डालने से माजूद है। तो मैंने ये दिल में ये ख्याल आया कि मैं यहाँ पर जाऊँगा, अपना सवाल पेश करूँगा और मुझे उसका तसल्ली मिलेगा, लेकिन हुआ इसके बिल्कुल उलट। मैं जैसे ही यहाँ पर आया हूँ, उल्टा के मुझे सवाल करने का मौका दिया जाता है, से किसी ने ना अपना सवाल डाला,
اور اس کے بعد پھر 2-3-4 بندے بولنا شروع ہو گئے، کوئی کسی کمرے پہ جا رہا ہے، کوئی دوسرے کمرے پہ جا رہا ہے. حالانکہ میرا مدعا صرف یہی تھا کہ میں یہاں آیا ہوں، میں آپ سے پوچھوں کہ آپ اپنے والا مسلمان کیسے بناتے ہیں. اس بات کا آپ نے ابھی تک مجھے کوئی تسلی بخش جواب نہیں دیا. آپ نے کہا کہ ہمیں مسلمانوں کی ضرورت نہیں ہے، ہمارے پاس پہلی بہت ہے. جبکہ میرا بڑا جینوئن کویسچن تھا کہ آپ اپنے جیسا مسلمان مجھے کیسے بنائیں گے، اور وہ مسلمان ایسا ہونا چاہیے جیسے رسول پاک صلی اللہ علیہ وسلم صحابہ کرام کو بنایا کرتے. تو اس سوال کا مجھے اب تک جواب نہیں ملا، بلکہ بحث کو کسی اور طرف لے جایا جا رہا ہے جس طرف میں نہیں جانا چاہتا، کیونکہ اس طرح بحث الجھتی جائے گی. میرا سوال جو ہے وہ وہیں کا وہیں رہ جائے گا. تو میں چاہتا ہوں کہ جو میرا سوال ہے، جو میرا اصل سوال ہے، اس کو ایڈریس کیا جائے، اس کا جواب دیا جائے، غیر ضروری بحث میں مبتلا ہو جائے. جزاک اللہ. جی اب آپ نے اپنی مکمل بات کر لی ہے. آپ کو کسی نے انٹرپٹ نہیں کیا نا، تو آپ ذرا سنیے. آپ پہلے جو میری اور آپ کی بات ہو رہی تھی، آپ نے کہا جی ایک کی خبر ہے اور میرے گھر کی مثال دی کہ میں کہتا ہوں کہ آپ کے گھر میں ایک بندہ آئے گا تو اس کا یہ مطلب نہیں کہ دوسرا کوئی نہیں آ سکتا، اور بھی آ سکتے ہیں. تو میں نے یہ سوال کیا کہ جب آپ 2 + 2 4 کہہ رہے ہیں تو بعد میں آپ 2 + 2 کو 6 کیسے کہہ سکتے ہیں؟ نہیں کہہ سکتے. اس کے لیے آپ کو کوئی قانون، کوئی قاعدہ، کوئی کلیہ پیش کرنا پڑے گا. تو وہ قاعدہ اور کلیہ پیش کیجیے کہ میں کہوں کہ آپ کے گھر میں ایک بندہ آئے گا تو ایک کے بعد 8-10 اور آ جاتے ہیں یا 50 بندے اور آ جاتے ہیں، تو آپ کہیں کہ نہیں میں نے تو کہا، یہ تو کہا تھا ایک آئے گا، یہ تو نہیں کہا تھا کوئی اور نہیں آئے گا. تو اس کے لیے پھر قاعدہ کلیہ آپ کو بیان کرنا پڑے گا کوئی نہ کوئی. دوسری بات آپ نے کی کہ اللہ نے نہ بتایا ہو، تو ایسا ہو ہی نہیں سکتا کہ اللہ تبارک و تعالیٰ تو کہتا ہے کہ میں تو اپنے نبیوں میں سے، رسولوں میں سے جس کو چاہتا ہوں علم غیب دیتا ہوں، میں اطلاع میں دیتا ہوں. یہ تو قرآن کہہ رہا ہے. تو اطلاع جب بھی دیتا ہے اللہ تبارک و تعالیٰ تو وہ مکمل دیتا ہے، نامکمل اطلاع نہیں دیتا اللہ تبارک و تعالیٰ اپنے نبی کو. کیونکہ اس کو بھی پتہ ہے، اللہ کو بھی پتہ ہے کہ میرا نبی نیچے میرے نام کی میری تبلیغ کر رہا ہے، میری وعدہ لا شریک کو بیان کر رہا ہے. اگر یہی کوئی غلط بات اس کی قوم یا اس کے ماننے والے پکڑ لیں گے تو وہ اس کی بات کیسے سنیں گے؟ بالکل نہیں سنیں گے، بالکل نہیں سنیں گے. جیسے مسلمہ قذاب کی بات نہیں سنیں گے، جیسے بہاءاللہ ایرانی کی بات نہیں سنیں گے، جیسے مرزا غلام قادیانی کی بات نہیں سنیں گے، کیونکہ طلاقوں سے کتابوں کے اندر جھوٹ پہ جھوٹ لکھے ہوئے ہیں. تو اللہ نے اگر ایک کا کہا ہے تو ایک نہیں آنا ہے، دوسرا اور کوئی نہیں آ سکتا. کیونکہ اللہ تبارک و تعالیٰ فرماتا ہے حضرت صلی اللہ علیہ وسلم کے کہ یہ وہی بات کرتا ہے جو میں اس کو وہی کرتا ہوں. تو رسول اللہ صلی اللہ علیہ وسلم اپنی طرف سے تو کوئی بات کر ہی نہیں سکتے. یہ دین تھا، کوئی مجمع نہیں لگا ہوا تھا کہ جہاں پہ بیٹھ کے کوئی ہانک رہا ہے، کوئی ہانک رہا ہے اور کوئی کچھ ہانک رہا ہے. ایسا نہیں تھا. دین ہے، دین کا معاملہ ہے. دین میں کہا کہ قرآن پاک اکمل تو لاکم دینکم، کہ قرآن پاک کو مکمل کر دیا تو قرآن پاک مکمل ہے. اب کوئی اور قرآن پاک نہیں ہو سکتا. اگر کہا ہے کہ حضرت عیسیٰ علیہ السلام کا نزول ہوگا تو حضرت عیسیٰ علیہ السلام کا ہی نزول ہوگا، کوئی کسی دوسرے کا نزول نہیں ہو سکتا. پھر آتے ہیں نبوت جاری ہے، ادھر نبوت جاری ہے، ادھر خبر صرف ایک کی تھی، ایک آ گیا، بس بات ختم ہو گئی. اب آگے نبوت کیسے جاری ہوگی؟ آنا تھا تو وہ آ گیا، نبوت کیسے جاری ہوگی؟ یہ تو دونوں ایک دوسرے کی ضد ہے. ایک کا آنا اور نبوت جاری ہے، ایک دوسرے کی ضد ہے.
ये चीजें एक जगह पे कैसे मुकाबले एक दूसरे के मुकाबले पे है, वो एक जैसी कैसे हो सकती है? कभी भी नहीं हो सकती। तो या तो आप ये मानिए नबूवत जारी है, या आप ये कहिए कि एक ही खबर थी वो आपका मतलब फोन तो नहीं आ रहा। लेकिन मिर्जा मसरूर साहब की जो बात है, साहिब साहब ने तो बिल्कुल यही कहा कि एक ही खबर थी वो आ गया, अब आगे कुछ नहीं है। अब आगे अगर कुछ नहीं है तो फिर मिर्जा मसरूर साहब क्या कह रहे हैं? मिर्जा मसरूर साहब तो ये भी दूसरी जो एक वीडियो के अंदर ये कह रहे हैं, दूसरी वीडियो के अंदर तो वो ये भी नहीं कह रहे, वो कह रहे हैं कि मिर्जा गुलाम कादियानी साहब का जो दौर है वो है जी 1000 साल। अब 1000 साल क्योंकि खिलाफत चल रही है, तो जब तक खिलाफत है उस वक्त तक नबी नहीं आ सकता। आप देखिए इजराए नबूवत कहाँ पे गई कि जब तक खिलाफत है उस वक्त तक नबी नहीं आ सकता, तो वो इजराए नबूवत कहाँ से आ गई, कैसे हो गई? और फिर आगे से कह देते हैं कि जब ये 1000 साल मुकम्मल हो जाएगा तो उसके बाद पता नहीं अल्लाह तबारक व तआला किसी को भेजेगा या क़यामत बर्पा कर देगा। यानी कि अगला सिलसिला भी बंद कर दिया, 1000 साल के बाद भी बंद कर दिया, क्योंकि शर्त लगा दी ना कि अल्लाह की मर्जी है वो किसी को भेजे या क़यामत ले आए। तो फिर इजराए नबूवत कहाँ पे है वो बताइए जरा। कैसर साहब, मेरी एक कॉल आ रही है, मैं 1 मिनट रखता हूँ। ओके जी मुसलमान साहब, वैसे आप होते कहाँ पे हैं? खैर से कनाडा के अमेरिका? जी मैं कनाडा में होता हूँ। अमेरिका कभी आए? बहुत दफा। कनाडा में हमारे वो भी बड़े दोस्त रहते हैं। अच्छा इलाहाबाद साहब, अब चले गए? मेरी फ्लाइट हो रही थी तो अब इनका फोन आ गया। चले आ जाते हैं, कोई नहीं। तो क्या जॉब करते हैं, बिजनेस करते हैं अमेरिका में, कनाडा में? बिजनेस है मेरे। अच्छा, जी कैसर साहब? जी 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 करें, बात करें। ये बस नहीं तो आपको वाइंड अप करूँगा अपने वो, यानी कि आपने भी लंबी बात कर ली, मैंने भी लंबी बात कर ली। आपने जो मैंने बात कही थी ना उसको आपने इसमें बिल्कुल भी जगह नहीं दी जो मेरा सवाल था शुरू में। आपको मैं मुख्तसर जवाब देता हूँ। आपने कहा है कि अल्लाह जब भी खबर देता है तो नामुकम्मल खबर देता है, क्योंकि अल्लाह आलिमुल गैब है, वो गैब की सब खबर रखता है, वो सारा अपना गैब का इल्म जो है वो नबी को दे देता है। यही बात हुई ना आपने। तो जनाब मेरा उस पर ये सवाल है, बल्कि एतराज भी है कि आपने ये बहुत गलत बात कही है, क्योंकि अल्लाह तो आलिमुल गैब है, लेकिन अल्लाह ने अपना गैब का इल्म तमाम का तमाम नबी को नहीं दिया। उसकी वाज़ेह मिसाल ये है कि अल्लाह ताला ने फरमाया है कि मैंने हर कौम और हर उम्मत में नबी भेजे हैं, कुछ का तुमको बता दिया है और बहुत से का तो नहीं बताया है। अब 1,24,000 अंबिया के नाम जो है वो रसूल पाक सल्लल्लाहु अलैहि वसल्लम को नहीं बताए गए। पुराने नबी जो 24, 25, 26 किसी को 22 नाम से बताए गए हैं, 1,24,000 अंबिया। तो ये जो गैर का इल्म है और ये खबरें हैं, ये मुकम्मल उनको नहीं दी गई। आपकी ये बात नहीं। दूसरी बात, अल्लाह ताला ने क़यामत का इल्म रसूल पाक सल्लल्लाहु अलैहि वसल्लम को नहीं बताया, वो अपने पास रखा है। अल्लाह आलिमुल गैब है, लेकिन भूलने के अल्लाह जो अपने गैब का इल्म है वो सारे का। तो इससे ये बात पाया तकमील को पहुंचती है कि जो अल्लाह ताला ने जितना बताना होता है, जितनी खबर देनी होती है वो अपने नबी को बताता है, उससे ज़्यादा बताने का मौका। तो रसूल पाक सल्लल्लाहु अलैहि वसल्लम ने हमें ये बताया एक नबी आएगा, उसका जिक्र कर दिया
اس کے بعد اور کتنے آئیں گے وہ رسول پاک صلی اللہ علیہ وسلم نے بتایا۔ اور دعا کے بعد ابھی آگے یہ کہا ہے کہ ان کے خلافہ خلافت رہے گی، تو یہ مدت کا تعین ہوا ہے، اس کا مطلب ہے کہ 50 سال کے بعد بھی کوئی نبی نہیں آ سکتا، نبی کس وقت بھی آ سکتا ہے۔ بہت ساری جو وعدے ہوتے ہیں جو امت کے ساتھ کیے جاتے ہیں مشروط ہوتے ہیں۔ خلافت بھی تب تک قائم رہتی ہے جب تک اس خلافت کو قائم رکھنے والے لوگ موجود ہوتے ہیں۔ جیسے رسول پاک صلی اللہ علیہ وسلم کے وقت میں خلافت راستہ ہے وہ صرف 29 سال اور کچھ ماہ رہی، کیونکہ اس کے بعد مسلمانوں میں آپسی لڑائیاں شروع ہو گئی، جنگیں شروع ہو گئی، تو وہ خلافت ان سے چھن گئی۔ اگر مسلمان بندے کے پتر بن کے رہتے ہیں اور آپس میں جنگیں نہ کرتے تو یہ خلافت لمبا چلنی تھی، یہ چل سکتی تھی، لیکن رسول پاک صلی اللہ علیہ وسلم نے پہلے ہی بتا دیا تھا کہ یہ ایسا ہوگا، تو ویسا ہوا۔ اور رسول پاک صلی اللہ علیہ وسلم نے یہ بھی بتا دیا کہ 73 فرقے ہو جائیں گے اور ان میں سے 72 ناری ہوں گے اور ایک نبی ہوگا، تو یہ حدیث بھی یہ خبر بھی پوری ہو کر ہی رہی تھی، کیونکہ رسول پاک صلی اللہ علیہ وسلم نے پہلے اللہ تعالیٰ سے خبر پا کر یہ ہمیں بتا دیا ہوگا۔ اب بہت سارے آپ کے لوگ ہیں وہ اس کو نہیں مانتے، وہ کہتے ہیں نہیں کہ نہیں ہم سب بات کرتے ہیں وہ ایک ہے اور ہم نے کوئی فرقہ نہیں ہے۔ اور ہاں لیکن جب بھی کوئی آپ مسلمان بناتے ہیں تو اس کو آپ نے اپنے فرقوں کو کھینچتے ہیں، جیسے ابھی یہ بولتے ہیں کہ آپ اہل حدیث بن جائیں، بریلوی نہ بنے، شیعہ نہ بنے، دیوبندی نہ بنے، اہل قرآن نہ بنے، اہل حدیث بنے۔ ٹھیک ہے جی، میں نے اپنے جو کہنا تھا وہ کہہ دیا ہے۔ اب چونکہ میرے پاس وقت کم ہے، میں گھر پہنچ چکا ہوں، ڈرائیور پہ کھڑا ہوں، تو آپ نے اگر کوئی 1-2 منٹ نہیں سر، اس کا جواب سن کے جائیے کرنا، اس کا ابھی 1-2 منٹ میں بات کر لیں۔ یہ کیا بات ہوئی سر، آپ نے اپنا جتنا بھی وقت لینا تھا لیا، تو مجھے آپ 2 منٹ پہ پھر کر رہے ہیں، جیسے آپ اجرائے نبوت کر کے اور کہہ دیتے ہیں کہ آپ کوئی آ بھی نہیں سکتا، اجرائے نبوت بھی ہے لیکن کوئی آ بھی نہیں سکتا، تو ایسے کہتے کم از کم مجھ پہ نہ لگائے، اپنے اب وہیں پہ ہی رکھیں اپنے یہاں پر۔ آپ نے کہا جی خلافت قائم ہوئی، جی بالکل ہوئی، اور جب تک اللہ نے چاہا خلافتیں رہی، جب اللہ نے نہیں چاہا وہ ختم ہو گئی۔ لیکن جب مرزا غلام احمد قادیانی صاحب کا دور تھا تو خلافت تو اس وقت بھی مسلمانوں کے درمیان چل رہی تھی، تو مرزا صاحب اس خلافت کو چھوڑ کے تو انگریزوں کے پیچھے لگ کے تو اپنا ہی ایک اینٹ کی الگ سے مسجد جو ہے وہ کیوں بنا لی مرزا صاحب نے؟ اس وقت خلافت عثمانیہ چل رہی تھی نا، خلیفہ موجود تھا عبد الحمید خان، وہ اپنے آپ کو خلیفہ کہلاتا تھا، تو مرزا صاحب جو ہے انہوں نے اپنی ڈیٹ کی اسلام جو ہے وہ اپنا الگ سے کیوں بنا لیا؟ اس وقت خلافت کے اندر ہی رہنا تھا نا، کیوں نہیں رہے مرزا صاحب؟ پہلی بات تو یہ ہوگی، اگر آپ خلافت کی بات کرتے ہیں تو اس وقت خلافت تھی، مرزا صاحب کی وفات ہونے کے بعد جا کے وہ خلافت ختم ہوئی ہے۔ مرزا صاحب جب پیدا ہوئے اس وقت بھی وہ خلافت تھی، جب وفات پائی اس وقت بھی خلافت تھی، لیکن مجال ہے مرزا صاحب نے اس خلافت کو جو ہے وہ مانا ہو یا ان کے خلیفہ کے انڈر آئے ہوں۔ آپ ہمیں تو یہاں پہ بڑا رولا جی خلافت کے نیچے آ جائے جی، ایک جھنڈے کے نیچے آ جائے جی، تو اس وقت وہ جھنڈا تھا، اس میں بشیر الدین محمود صاحب سمیت، نور الدین صاحب سمیت اور یہ مرزا صاحب سمیت یہ اس جھنڈے کے نیچے کیوں نہیں اکٹھے ہوئے تھے جی؟ نمبر 1۔ بلکہ میں آگے کی بات بھی آپ کو بتا دوں کہ جب فال آف خلافت عثمانیہ ہوتی ہے، یعنی کہ اس کے اوپر قبضہ کر لیا جاتا ہے یا جنگ ہوتی ہے یا اس کو ختم کر دیا جاتا ہے خلافت کو، تو مرزا بشیر الدین محمود صاحب مٹھائیاں بانٹ رہے ہیں، مسلمانوں کی خلافت ختم ہو رہی ہے، مرزا بشیر الدین محمود صاحب مٹھائیاں بانٹ رہے ہیں، صرف مٹھائیاں نہیں بانٹ رہے بلکہ گورنمنٹ برطانیہ کو جو انہوں نے ان کے ساتھ جنگ کی اس کے اخراجات کی مد میں پیسے دے رہے ہیں، انگریزوں کو پیسے دے رہے ہیں کہ آپ نے جنگ کی ہے
आपका खर्चा ज्यादा हो गया, ये हमारी तरफ से आपको इमदाद है, बहुत अच्छा काम किया आपने, मुसलमानों की खिलाफत खत्म कर दी। अब अगर यही काम कोई मुसलमान आपकी खिलाफत के बारे में करेगा तो आप कहेंगे देखो जी मुसलमान साजिश कर रहे थे, इन्होंने साजिश की, इन्होंने ये किया, उन्होंने वो किया, और वही बात इनके अंदर हो तो वो बिल्कुल सही है। ये कहाँ का असूल है भाई? मीठा मीठा हापा, कड़वा कड़वा तू। आपने बात की उस हदीस की जिसमें लिखा हुआ है कि मुसलमानों के भी 73 फिरके हो जाएंगे, जिनमें से एक जन्नती होगा। अब गिनती से मुझे एक बात याद आई। एक बच्चा बड़ा शरारती था क्लास में, तो मिस ने उसको 2-4 दफा कहा कि